ਆਪਾਂ ਅਕਸਰ ਇਹ ਗੱਲ ਸੁਣਦੇ ਹਾਂ ਕਿ ਆਨੰਦਪੁਰ ਦੇ ਕਿਲੇ ਨੂੰ ਜਦੋਂ 7 ਮਹੀਨੇ ਘੇਰਾ ਪਈ ਰੱਖਿਆ ਤਾਂ 40 ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਾਵਾ ਲਿਖ ਕੇ ਆ ਗਏ ਸੀ ਕਿ ਸਾਥੋਂ ਨਹੀਂ ਭੁੱਖੇ ਰਿਹਾ ਜਾਂਦਾ, ਅਸੀਂ ਨਹੀਂ ਤੁਹਾਡੇ ਸਿੱਖ, ਤੁਸੀਂ ਨਹੀਂ ਸਾਡੇ ਗੁਰੂ। ਇਹ ਗੱਲ 'ਚ ਕਿੰਨੀ ਕੁ ਸੱਚਾਈ ਆ? ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਜੋ ਉਸ ਟਾਈਮ ਤੇ ਕਿਲੇ ਦੇ ਅੰਦਰ ਸੀ, ਉਹ ਕੀ ਲਿਖਦੇ ਨੇ? ਕੌਣ ਸੀਗੇ ਉਹ ਲੋਕ ਜੋ ਗੁਰੂ ਸਾਹਿਬ ਨੂੰ ਕਹਿ ਰਹੇ ਸੀ ਕਿ ਅਸੀਂ ਤੁਹਾਡਾ ਸਮਝੌਤਾ ਕਰਾ ਦਿੰਦੇ ਹਾਂ ਔਰੰਗਜ਼ੇਬ ਨਾਲ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਵੇਂ ਝਾੜ ਪਾਈ ਸੀ? ਵਿਦਾਵਾ ਜ਼ਰੂਰ ਲਿਖਿਆ ਗਿਆ ਹੈ, ਪਰ ਆਨੰਦਪੁਰ ਦੇ ਕਿਲੇ 'ਚ ਵਿਦਾਵਾ ਨਹੀਂ ਲਿਖਿਆ ਗਿਆ ਹੈ। ਤਾਂ ਕਿੱਥੇ ਲਿਖਿਆ ਗਿਆ ਹੈ? ਇਹ ਵਿਦਾਵੇ ਦਾ ਅਸਲੀ ਸੱਚ ਕੀ ਆ, ਇਹ ਤੁਹਾਨੂੰ ਪੂਰਾ ਇਹ ਵੀਡੀਓ 'ਚ ਦੱਸਾਂਗੇ ਅੱਜ ਅਸੀਂ। ਕਿ ਆਨੰਦਪੁਰ ਦੇ ਕਿਲੇ ਨੂੰ ਜਦੋਂ ਘੇਰਾ ਪਈ ਰੱਖਿਆ, ਘੇਰਾ ਪਿਆ ਸੀਗਾ ਮਈ ਦੇ ਮਹੀਨੇ 'ਚ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਦਸੰਬਰ ਦੇ ਮਹੀਨੇ 'ਚ। 7 ਮਹੀਨੇ ਦਾ ਘੇਰਾ ਸੀਗਾ, ਔਰ ਉਹ 7 ਮਹੀਨੇ ਆਪਾਂ ਇਹ ਤਾਂ ਪਤਾ ਆਪਾਂ ਨੂੰ ਸਭ ਨੂੰ ਕਿ ਸਿੱਖ ਅੰਦਰ ਤੰਗ ਹੋਏ, ਪਰ ਦੂਜੀ ਕਹਾਣੀ ਕੀ ਆ? ਜਿਹੜੇ ਬਾਹਰ ਬੈਠੇ ਸੀ ਮੁਗਲਾਂ ਦੀ ਫੌਜ, 22 ਧਰ ਦੇ ਰਾਜਿਆਂ ਦੀ ਫੌਜ, ਉਹਨਾਂ ਦਾ ਕੀ ਹਾਲ ਸੀ? ਬੁਰੇ ਹਾਲ ਸੀ ਉਹਨਾਂ ਦੇ, ਸਿੱਖਾਂ ਨਾਲੋਂ ਜ਼ਿਆਦਾ ਬੁਰਾ ਹਾਲ ਸੀ, ਕਿਉਂਕਿ ਮਈ ਜੂਨ ਦਾ ਪੂਰਾ ਮਹੀਨਾ ਉਹਨਾਂ ਨੇ ਤਪਦੀਆਂ ਗਰਮੀਆਂ 'ਚ ਕੱਢਿਆ। ਉਹ ਤਾਂ ਕਿਸੇ ਤਰੀਕੇ ਨਾਲ ਤੰਬੂ ਤੁੰਬੂ ਲਾ ਕੇ ਉਹ ਟਾਈਮ ਪਾਸ ਕਰ ਗਏ। ਉਦੋਂ ਬਾਅਦ ਫਿਰ ਆਏ ਮੌਸਮ ਮੀਂਹ ਦੇ, ਹਨੇਰੀਆਂ ਚੱਲਣ ਲੱਗ ਗਈਆਂ, ਮੀਂਹ, ਫਿਰ ਮੁਗਲਾਂ ਦੀ ਫੌਜ 'ਚ ਲਾਗ ਦੀ ਬਿਮਾਰੀ ਫੈਲ ਗਈ, ਉਹ ਚੀਜ਼ ਤੋਂ ਉਹ ਤੰਗ ਆ ਗਏ। ਫਿਰ ਨਵੀਂ ਫੌਜ ਜਿਹੜੀ ਮੰਗਾਈ ਜਾਂਦੀ ਸੀ, ਨਵੀਂ ਫੌਜ 'ਚ ਵੀ ਬਿਮਾਰੀ ਫੈਲਣੀ ਸ਼ੁਰੂ ਹੋ ਗਈ। ਉਦੋਂ ਬਾਅਦ ਫਿਰ ਆ ਗਿਆ ਮਹੀਨਾ ਦਸੰਬਰ ਦੇ ਨੇੜੇ ਦਾ, ਉਦੋਂ ਫਿਰ ਠੰਡ ਪੂਰੀ ਸ਼ੁਰੂ ਹੋ ਗਈ, ਫਿਰ ਠੰਡ 'ਚ ਠੋਰ-ਠੋਰ ਕਰਨ ਲੱਗ ਗਏ। ਅੱਕੇ ਹੋਏ ਮੁਗਲਾਂ ਨੇ ਤੇ ਜਿਹੜੇ ਪਹਾੜੀ ਰਾਜੇ ਸੀਗੇ ਉਹਨਾਂ ਨੇ ਫਿਰ ਫੈਸਲਾ ਕੀਤਾ ਵੀ ਅਸੀਂ ਮਕਾਰੀ ਖੇਡਦੇ ਹਾਂ ਗੁਰੂ ਸਾਹਿਬ ਨਾਲ। ਹੁਣ ਇੱਕ ਪੰਡਤ ਨੂੰ ਭੇਜਿਆ ਗਿਆ, ਇੱਕ ਭੇਜਿਆ ਗਿਆ ਸੈਯਦ ਨੂੰ। ਪੰਡਤ ਆਇਆ ਸੀਗਾ ਜਿਹੜਾ 22 ਧਰ ਦੇ ਰਾਜੇ ਸੀਗੇ, ਹਿੰਦੂ ਰਾਜੇ, ਉਹਨਾਂ ਵੱਲੋਂ ਆਇਆ ਸੀ ਉਹ ਪੰਡਤ, ਤੇ ਜਿਹੜਾ ਸੈਯਦ ਆਇਆ ਸੀਗਾ, ਸੈਯਦ ਵਲੀ ਹਸਨ ਸਮਾਣੇ ਦਾ ਸੀਗਾ, ਮੁਗਲ ਫੌਜ ਵੱਲੋਂ ਕੁਰਾਨ ਲੈ ਕੇ। ਉਹਨਾਂ ਨੇ ਆ ਕੇ ਝੂਠੀਆਂ ਸੌਹਾਂ ਖਾਧੀਆਂ, ਤੇ ਉਸ ਟਾਈਮ ਸਿੱਖਾਂ ਨੇ ਕਿਹਾ ਕਿ ਗੁਰੂ ਸਾਹਿਬ ਇਹ ਬੈਸਟ ਮੌਕਾ ਹੈ ਕਿ ਇਹ ਸੌਹਾਂ ਵੀ ਖਾ ਰਹੇ ਨੇ ਕਿ ਹੁਣ ਆਪਾਂ ਨੂੰ ਆਨੰਦਪੁਰ ਦਾ ਕਿਲ੍ਹਾ ਛੱਡ ਦੇਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਸਾਫ਼ ਮਨਾ ਕਰ ਰਹੇ ਸੀ ਕਿ ਕਿਲ੍ਹਾ ਨਹੀਂ ਛੱਡਣਾ, ਕਿਉਂਕਿ ਉਹਨਾਂ ਨੂੰ ਪਤਾ ਸੀ, ਉਹ ਇਹ ਕਹਿੰਦੇ ਸੀ ਕਿ ਤੁਸੀਂ ਹਫ਼ਤਾ 10 ਦਿਨ ਸਿਰਫ ਹੋਰ ਵੇਟ ਕਰ ਲਓ, ਕਿ ਇਹਨਾਂ ਨੇ ਆਪਣੇ ਨਾਲ ਸਮਝੌਤੇ ਤੇ ਆ ਜਾਣਾ ਕਿ ਅਸੀਂ ਆਪਦੇ ਮੈਦਾਨ ਖਾਲੀ ਕਰਕੇ ਵਾਪਸ ਜਾ ਰਹੇ ਹਾਂ, ਤੁਸੀਂ ਕਿਲੇ 'ਚ ਰਹੋ। ਹੁਣ ਉਹਨਾਂ ਨੇ ਆ ਕੇ ਕੀ ਕਿਹਾ ਸੀਗਾ? ਉਹਨਾਂ ਨੇ ਆ ਕੇ ਇਹ ਕਿਹਾ ਸੀ ਕਿ ਔਰੰਗਜ਼ੇਬ ਵੱਲੋਂ ਸਾਨੂੰ ਬਹੁਤ ਪ੍ਰੈਸ਼ਰ ਆ, ਕਿਉਂਕਿ ਔਰੰਗਜ਼ੇਬ ਉਸ ਟਾਈਮ ਤੇ ਦੱਖਣ 'ਚ ਸੀਗਾ, ਮਰਾਠਿਆਂ ਨਾਲ ਲੜਾਈ ਲੜ ਰਿਹਾ ਸੀ, ਮਰਾਠੇ ਉੱਥੇ ਭਾਰੂ ਹੋ ਰਹੇ ਸੀ ਉਹਦੇ ਤੇ, ਇੱਧਰੋਂ ਕਿਲਾ ਖਾਲੀ ਨਹੀਂ ਸੀ ਹੋ ਰਿਹਾ। ਉਹਨੇ ਫਿਰ ਇਹਨਾਂ ਨੂੰ ਪ੍ਰੈਸ਼ਰ ਪਾਇਆ ਕਿ ਕਿਸੇ ਵੀ ਹੀਲੇ ਵਸੀਲੇ ਕਰੋ, ਕੋਈ ਮਰਜ਼ੀ ਕਰੋ, ਕਿਲਾ ਖਾਲੀ ਕਰਾਓ। ਫਿਰ ਉਹ ਡਰਦੇ ਔਰੰਗਜ਼ੇਬ ਤੋਂ ਗੁਰੂ ਸਾਹਿਬ ਕੋਲ ਆਏ ਸੀ ਚਾਲ ਖੇਡਣ ਕੇ ਇੱਕ ਵਾਰ ਕਿਲਾ ਖਾਲੀ ਕਰ ਜਾਓ, ਸਾਡੀ ਇੱਜ਼ਤ ਬਚੀ ਰਹਿ ਜਾਊ, ਉਦੋਂ ਬਾਅਦ ਤੁਸੀਂ ਦੁਬਾਰਾ ਫਿਰ ਕਿਲੇ 'ਚ ਆ ਜਾਇਓ, ਸਾਨੂੰ ਸਹੁੰ ਲੱਗੇ ਗਊ ਦੀ, ਸਾਨੂੰ ਸਹੁੰ ਲੱਗੇ ਕੁਰਾਨ ਦੀ। ਫਿਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮਨਾ ਕੀਤਾ ਕਿ ਨਹੀਂ, ਆਪਾਂ ਜਾਣਾ ਨਹੀਂ ਹੈਗਾ। ਫਿਰ ਸਿੱਖਾਂ ਨੇ ਜਦੋਂ ਪ੍ਰੈਸ਼ਰ ਪਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕਹਿਤਾ ਕਿ ਹਾਂ, ਇਹਨਾਂ ਨੂੰ ਕਹਿ ਦਿਓ ਵੀ ਅਸੀਂ 2-3 ਦਿਨ 'ਚ ਕਿਲਾ ਖਾਲੀ ਕਰ ਦਾਂਗੇ। ਤੇ ਗੁਰੂ ਗੋਬਿੰਦ ਸਿੰਘ ਜੀ ਆਪ ਤਿਆਰ ਹੋ ਗਏ ਕਿ ਚੱਲੋ ਆਪਾਂ ਆਨੰਦਪੁਰ ਛੱਡਦੇ ਹਾਂ। ਇੱਥੇ ਤਾਂ ਹੁਣ ਵਿਦਾਵੇ ਦੀ ਫਿਰ ਕੋਈ ਗੱਲ ਹੀ ਰਹੀ ਨਹੀਂ। ਜੇ ਆਨੰਦਪੁਰ ਦੇ ਕਿਲੇ 'ਚ ਨਹੀਂ ਲਿਖਿਆ ਗਿਆ ਵਿਦਾਵਾ, ਫਿਰ ਜਿਹੜਾ ਖਿਦਰਾਣੇ ਦੀ ਢਾਬ ਤੇ ਗੁਰੂ ਸਾਹਿਬ ਨੇ ਵਿਦਾਵਾ ਪਾੜਿਆ, ਉਹ ਕਿਹੜਾ ਸੀਗਾ? ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲਾ ਛੱਡ ਦਿੰਦੇ ਨੇ, ਸਰਸਾ ਨਦੀ ਤੇ ਵਿਛੋੜਾ ਪੈ ਜਾਂਦਾ ਪਰਿਵਾਰ ਦਾ, ਫਿਰ ਜਾਂਦੇ ਨੇ ਉੱਥੋਂ, ਚਮਕੌਰ ਦੀ ਜੰਗ ਹੁੰਦੀ ਆ। ਚਮਕੌਰ ਦੀ ਜੰਗ ਤੋਂ ਬਾਅਦ ਫਿਰ ਗੁਰੂ ਸਾਹਿਬ ਮਾਛੀਵਾੜੇ ਜਾਂਦੇ ਨੇ, ਮਾਛੀਵਾੜੇ ਤੋਂ ਫਿਰ ਜਾਂਦੇ ਨੇ ਦੀਨਾ ਕਾਂਗੜ। ਦੀਨਾ ਕਾਂਗੜ ਭਾਈ ਦੇਸੇ ਦੇ ਚਵਾਰੇ 'ਚ ਬੈਠ ਕੇ ਉਹ ਜ਼ਫਰਨਾਮਾ ਲਿਖਦੇ ਨੇ। ਗੁਰੂ ਸਾਹਿਬ ਜਦੋਂ ਦੀਨੇ ਕਾਂਗੜ ਦੀ ਧਰਤੀ ਤੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਰਹੇ ਨੇ, ਸੇਮ ਉਸੇ ਹੀ ਟਾਈਮ ਤੇ ਮਾਝੇ ਦੇ ਏਰੀਏ 'ਚ ਇੱਕ ਹਲਚਲ ਹੋ ਰਹੀ ਆ। ਮਾਈ ਭਾਗੋ ਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਹੈ। ਮਾਈ ਭਾਗੋ ਬਹੁਤ ਤਕੜੇ ਖਾਨਦਾਨ 'ਚੋਂ ਸੀ, ਸਹੁਰੇ ਵੀ ਉਹਦੇ ਬਹੁਤ ਤਕੜੇ ਸੀ, ਪੇਕੇ ਵੀ ਉਹਦੇ ਬਹੁਤ ਤਕੜੇ ਸੀ। ਭਰਾ ਉਹਦਾ ਜਿਹੜਾ ਸੀਗਾ ਵੱਡਾ, ਉਹਦਾ ਨਾਮ ਸੀ ਚੌਧਰੀ ਭਾਗ ਸਿੰਘ, ਬਹੁਤ ਪਿੰਡਾਂ ਦਾ ਚੌਧਰੀ ਸੀਗਾ ਉਹ। ਇਸੇ ਹੀ ਟਾਈਮ 'ਚ ਮਾਈ ਭਾਗੋ ਦੇ ਸਹੁਰੇ ਦਾ ਭੋਗ ਸੀਗਾ, ਦੇਸਰਾਜ ਉਹਦੇ ਸਹੁਰੇ ਦਾ ਨਾਮ ਆ। ਮਾਈ ਭਾਗੋ ਦੇ ਸਹੁਰੇ ਦੇ ਭੋਗ ਤੇ ਫਿਰ ਬਹੁਤ ਸਿੱਖ ਇਕੱਠੇ ਹੁੰਦੇ ਨੇ, ਕਿਉਂਕਿ ਉਹ ਬਹੁਤ ਨਾਮਵਰ ਸਿੱਖ ਸੀਗਾ। ਉੱਥੇ ਫਿਰ ਚਰਚਾ ਛਿੜਦੀ ਆ ਕਿ ਆਪਣੇ ਗੁਰੂ ਸਾਹਿਬਾਨ ਨਾਲ ਇੰਨਾ ਕੁਝ ਹੋ ਗਿਆ ਤੇ ਸਾਨੂੰ ਪਤਾ ਹੀ ਨਹੀਂ ਚੱਲਿਆ, ਕਿ ਆਨੰਦਪੁਰ ਛੱਡਣਾ ਪੈ ਗਿਆ, ਪਰਿਵਾਰ ਸ਼ਹੀਦ ਹੋ ਗਿਆ, ਮਾਤਾ ਗੁਜਰੀ ਸ਼ਹੀਦ ਹੋ ਗਏ ਤੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਉਹਨਾਂ ਨੇ ਫਿਰ ਸਾਰੇ ਸਿੱਖਾਂ ਨੇ ਇੱਕ ਰਾਏ ਬਣਾਈ ਕਿ ਇਸ ਟਾਈਮ ਤੇ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਣਾ ਚਾਹੀਦਾ ਹੈ। ਫਿਰ ਉੱਥੋਂ ਚੱਲਦੇ ਨੇ, ਉਹ ਪੱਟੀ ਪਿੰਡ ਸੀ ਜਿੱਥੇ ਮਾਈ ਭਾਗੋ
ਵਿਆਹੀ ਹੋਈ ਸੀ ਤੇ ਮਾਈ ਭਾਗੋ ਸੀਗੀ ਝਬਾਲ ਦੀ। ਕੁਝ ਝਬਾਲ ਦੇ ਸਿੱਖ ਤੇ ਕੁਝ ਪੱਟੀ ਦੇ ਸਿੱਖ ਮਾਝੇ ਦੀ ਧਰਤੀ ਤੋਂ ਫਿਰ 40 ਸਿੱਖ ਦੀਨਾ ਕਾਂਗੜ ਵੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਪਹੁੰਚਦੇ ਨੇ। ਹੁਣ ਕੌਣ ਕੌਣ ਆ ਉਹਨਾਂ 'ਚ? ਮਾਈ ਭਾਗੋ ਆਪ ਹੈ, ਮਾਈ ਭਾਗੋ ਦਾ ਵੱਡਾ ਭਰਾ ਚੌਧਰੀ ਭਾਗ ਸਿੰਘ ਹੈ, ਉਸ ਤੋਂ ਛੋਟਾ ਦਿਲਬਾਗ ਸਿੰਘ ਹੈ, ਮਾਈ ਭਾਗੋ ਦੇ ਘਰ ਵਾਲਾ ਨਿਧਾਨ ਸਿੰਘ ਹੈ, ਨਿਧਾਨ ਸਿੰਘ ਦਾ ਭਰਾ ਸੁਲਤਾਨ ਸਿੰਘ ਹੈ, ਰਾਏ ਸਿੰਘ ਹੈ ਨਾਲ। ਰਾਏ ਸਿੰਘ ਕੌਣ ਹੈ? ਭਾਈ ਮਨੀ ਸਿੰਘ ਦਾ ਚਾਚੇ ਦਾ ਮੁੰਡਾ, ਤੇ ਭਾਈ ਮਨੀ ਸਿੰਘ ਦਾ ਭਤੀਜਾ ਭਾਈ ਮਹਾ ਸਿੰਘ ਵੀ ਨਾਲ ਹੈ, ਤੇ ਕਈ ਹੋਰ ਸਿੱਖ ਨੇ ਨਾਲ। 40 ਲੋਕ ਫਿਰ ਇਹ ਵੱਧ ਰਹੇ ਨੇ ਉੱਥੋਂ ਦੀਨਾ ਕਾਂਗੜ ਵੱਲ ਨੂੰ। ਦੀਨਾ ਕਾਂਗੜ ਜਦੋਂ ਪਹੁੰਚਦੇ ਨੇ ਤਾਂ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਖਿਦਰਾਣੇ ਦੀ ਢਾਬ ਵੱਲ ਨੂੰ ਜਾ ਚੁੱਕੇ ਨੇ। ਫਿਰ ਇਹ ਰਾਮੇਆਣਾ ਪਿੰਡ ਆ ਇੱਕ, ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਹੋ ਜਾਂਦਾ ਇਹਨਾਂ ਦਾ। ਜਾ ਕੇ ਸਾਰੇ ਸਿੱਖ ਪਹਿਲਾਂ ਚਰਨੀ ਪੈਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ, ਫਿਰ ਉਹਨਾਂ ਨਾਲ ਇੱਕ ਤਰੀਕੇ ਦਾ ਅਫਸੋਸ ਪ੍ਰਗਟ ਕਰਦੇ ਨੇ ਕਿ ਇੰਨਾ ਕੁਝ ਹੋ ਗਿਆ, ਆਨੰਦਪੁਰ ਛੱਡਣਾ ਪਿਆ ਤੇ ਪਰਿਵਾਰ ਦਾ ਵਿਛੋੜਾ ਹੋ ਗਿਆ, ਪਰਿਵਾਰ ਸ਼ਹੀਦ ਹੋ ਗਿਆ, ਮਾਤਾ ਜੀ ਸ਼ਹੀਦ ਹੋ ਗਏ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਿ ਬਹੁਤ ਬੁਰਾ ਹੋਇਆ ਹੈ ਨਾ, ਤੇ ਦੁੱਖ ਸੀਗਾ ਸਿੱਖਾਂ ਨੂੰ। ਪਰ ਗੁਰੂ ਗੋਬਿੰਦ ਸਿੰਘ ਜੀ ਤਾਂ ਉਹ ਮੌਕੇ ਤੇ ਵੀ ਅਡੋਲ ਸੀਗੇ, ਹੁਣ ਵੀ ਅਡੋਲ ਹੀ ਸੀਗੇ। ਵਾਹਿਗੁਰੂ ਦਾ ਭਾਣਾ ਉਦੋਂ ਵੀ ਮੰਨਿਆ ਸੀ ਇਹਨਾਂ ਨੇ ਸਿੱਖਾਂ ਨੂੰ ਵੀ ਕਿਹਾ ਕਿ ਸਿੱਖੋ ਤਕੜੇ ਰਹੋ। ਉਦੋਂ ਬਾਅਦ ਜਿਹੜਾ ਭਾਗ ਸਿੰਘ ਸੀਗਾ, ਮਾਈ ਭਾਗੋ ਦਾ ਵੱਡਾ ਭਰਾ ਚੌਧਰੀ ਭਾਗ ਸਿੰਘ, ਉਹਨੇ ਫਿਰ ਥੋੜਾ ਜਿਹਾ ਆਪਦਾ ਚੌਧਰਪਣਾ ਦਿਖਾਉਣਾ ਸ਼ੁਰੂ ਕਰਤਾ ਇੱਥੇ, ਕਿਉਂਕਿ ਬੰਦਾ ਤਕੜਾ ਸੀ, ਉਹ ਬੰਦਾ ਰਸੂਖਦਾਰ ਸੀ, ਮੁਗਲਾਂ ਦੇ ਰਾਜੇ ਦਰਬਾਰੇ ਵੀ ਉਹਦੀ ਠੀਕ ਸੀਗੀ। ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਕੀ ਕਹਿੰਦਾ? ਉਹ ਕਹਿੰਦਾ ਤੁਸੀਂ ਸਾਡੇ ਗੁਰੂ ਹੋ ਤੇ ਦਰ-ਦਰ ਤੁਸੀਂ ਹੁਣ ਭਟਕਦੇ ਫਿਰਦੇ ਹੋ, ਸਾਨੂੰ ਚੰਗਾ ਨਹੀਂ ਲੱਗਦਾ। ਕਹਿੰਦਾ ਮੁਗਲ ਫੌਜ ਆ ਕੇ ਸਾਨੂੰ ਵੀ ਤੰਗ ਕਰਦੀ ਆ ਵੀ ਅਸੀਂ ਵੀ ਸਿੱਖ ਹਾਂ। ਕਹਿੰਦਾ ਮੇਰੀ ਲਾਹੌਰ ਦੇ ਸੂਬੇਦਾਰ ਨਾਲ ਵਧੀਆ ਜਾਣ ਪਛਾਣ ਆ, ਮੈਂ ਉਹਦੇ ਨਾਲ ਗੱਲ ਕਰਕੇ ਵਿੱਚ ਪੈ ਕੇ ਅੱਗੇ ਔਰੰਗਜ਼ੇਬ ਨਾਲ ਗੱਲ ਕਰਕੇ ਤੁਹਾਡਾ ਸਮਝੌਤਾ ਕਰਾ ਦਿੰਦਾ ਔਰੰਗਜ਼ੇਬ ਨਾਲ। ਗੁਰੂ ਗੋਬਿੰਦ ਸਿੰਘ ਜੀ ਚੁੱਪ ਕਰ ਗਏ, ਉੱਥੇ ਉੱਪਰ ਨੂੰ ਦੇਖਦੇ ਨੇ, ਅੱਖਾਂ ਬੰਦ ਕਰ ਲੈਂਦੇ ਨੇ। ਜਦੋਂ ਅੱਖਾਂ ਖੋਲਦੇ ਨੇ ਨਾ, ਵੀਰ ਰਸ 'ਚ ਹੁੰਦੇ ਨੇ, ਉਹਨਾਂ ਦੇ ਚਿਹਰੇ ਦਾ ਰੰਗ ਤੇ ਹਾਵ ਭਾਵ ਬਦਲੇ ਹੁੰਦੇ ਨੇ। ਉਹ ਕਹਿੰਦੇ ਨੇ ਕਿ ਉਦੋਂ ਕਿੱਥੇ ਸੀਗੇ ਤੁਸੀਂ ਸਮਝੌਤਾ ਕਰਾਉਣ ਵਾਲੇ, ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ? ਉਦੋਂ ਕਿੱਥੇ ਸੀ ਤੁਸੀਂ ਸਮਝੌਤਾ ਕਰਾਉਣ ਵਾਲੇ, ਜਦੋਂ ਸਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗਾਂ ਲੜਨ ਲਈ ਮਜਬੂਰ ਕੀਤਾ ਇਹਨਾਂ ਨੇ? ਉਦੋਂ ਕਿੱਥੇ ਸੀ ਤੁਸੀਂ ਜਦੋਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਦਿੱਲੀ ਚਾਂਦਨੀ ਚੌਂਕ 'ਚ? ਉਦੋਂ ਕਿੱਥੇ ਸੀ ਤੁਸੀਂ ਜਦੋਂ ਆਨੰਦਪੁਰ ਦੇ ਕਿਲੇ ਨੂੰ ਲੱਖਾਂ ਦੀ ਫੌਜ ਨੇ ਘੇਰਾ ਪਾ ਲਿਆ ਸੀ ਕਿ ਅੱਜ ਤੁਸੀਂ ਆ ਗਏ ਬੜੇ ਸਮਝੌਤਾ ਕਰਾਉਣ ਵਾਲੇ? ਹੁਣ ਇੱਥੋਂ ਉਹ ਆਪਦੀ ਸਮਝ ਲਓ ਬੇਇੱਜ਼ਤੀ ਮੰਨ ਗਿਆ, ਕਿਉਂਕਿ ਨਾਲ ਜਿਹੜੇ ਉਹਦੇ ਆਏ ਸੀ ਉਹ ਜੀ ਕਰਦੇ ਹੋਣੇ ਨੇ ਉਹਨੂੰ। ਉਹ ਇੱਕ ਆਪਦੇ ਆਪ ਨੂੰ ਕਹਿੰਦਾ ਕਹਾਉਂਦਾ ਸੀ ਵੀ ਮੈਂ ਚੌਧਰੀ ਆ। ਫਿਰ ਉਹ ਕਹਿੰਦਾ ਵੀ ਜੇ ਤੁਸੀਂ ਸਾਡੀ ਗੱਲ ਹੀ ਨਹੀਂ ਮੰਨਣੀ, ਫਿਰ ਤੁਸੀਂ ਸਾਡੇ ਕਾਹਦੇ ਗੁਰੂ? ਵੀ ਤੁਸੀਂ ਤਾਂ ਆਪਦੀਆਂ ਮਨਮਰਜ਼ੀਆਂ ਹੀ ਕਰਨੀਆਂ। ਫਿਰ ਸਾਥੋਂ ਨਹੀਂ ਸਿੱਖੀ ਨਿਭਾਈ ਜਾਂਦੀ, ਸਾਨੂੰ ਮੁਗਲ ਔਖਾ ਕਰਦੇ ਨੇ, ਤੁਸੀਂ ਨਹੀਂ ਸਾਡੀ ਗੱਲ ਮੰਨਣੀ, ਸਾਥੋਂ ਨਹੀਂ ਤੁਹਾਡੀ ਸਿੱਖੀ ਨਿਭਾਈ ਜਾਂਦੀ, ਅਸੀਂ ਨਹੀਂ ਤੁਹਾਡੇ ਸਿੱਖ, ਤੁਸੀਂ ਨਹੀਂ ਸਾਡੇ ਗੁਰੂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਨਿਯੁਕਤਾ ਦੇ ਕੇ ਤਾਂ ਬੁਲਾਇਆ ਨਹੀਂ, ਤੁਸੀਂ ਤਾਂ ਆਪ ਆਏ ਹੋ, ਕੋਈ ਗੱਲ ਨਹੀਂ, ਤੁਹਾਡੇ ਤੋਂ ਸਿੱਖੀ ਨਹੀਂ ਨਿਭਾਈ ਜਾਂਦੀ, ਮੈਨੂੰ ਲਿਖ ਕੇ ਦੇ ਦਿਓ ਵੀ ਤੁਸੀਂ ਮੇਰੇ ਸਿੱਖ ਨਹੀਂ, ਮੈਂ ਤੁਹਾਡਾ ਗੁਰੂ ਨਹੀਂ। ਉੱਥੇ ਫਿਰ ਚੌਧਰੀ ਭਾਗ ਸਿੰਘ ਨੇ, ਮਾਈ ਭਾਗੋ ਦੇ ਵੱਡੇ ਭਰਾ ਨੇ ਬਦਾਵਾ ਲਿਖਿਆ ਕਿ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਆਪ ਸਾਈਨ ਕੀਤੇ, ਆਪਦੇ ਭਰਾ ਦਿਲਬਾਗ ਸਿੰਘ ਤੋਂ ਸਾਈਨ ਕਰਵਾ ਲਏ। ਇੱਕ ਹੋਰ ਸਿੱਖ ਸੀਗਾ ਘਰਬਾਰਾ ਸਿੰਘ, ਉਹਦੇ ਤੋਂ ਸਾਈਨ ਕਰਵਾ ਲਏ। ਇੱਕ ਸੀ ਦਰਬਾਰਾ ਸਿੰਘ, ਉਹਦੇ ਤੋਂ ਸਾਈਨ ਕਰਵਾ ਲਏ। ਬਾਕੀ ਜਿਹੜੇ ਸਿੱਖ ਸੀ ਉਹਨਾਂ ਚੋਂ ਕਿਸੇ ਨੇ ਸਾਈਨ ਨਹੀਂ ਕੀਤੇ। ਨਾ ਮਹਾ ਸਿੰਘ ਨੇ ਸਾਈਨ ਕੀਤੇ ਨੇ, ਨਾ ਰਾਏ ਸਿੰਘ ਨੇ ਸਾਈਨ ਕੀਤੇ ਨੇ, ਨਾ ਮਾਈ ਭਾਗੋ ਨੇ ਸਾਈਨ ਕੀਤੇ ਨੇ। ਉੱਥੋਂ ਫਿਰ ਉਹ ਵਾਪਸ ਚਲੇ ਜਾਂਦੇ ਨੇ, ਮਾਝੇ ਵੱਲ ਨੂੰ ਵਾਪਸ ਚਲੇ ਜਾਂਦੇ ਨੇ। ਗੁਰੂ ਸਾਹਿਬ ਉੱਥੋਂ ਫਿਰ ਅੱਗੇ ਆ ਜਾਂਦੇ ਨੇ। ਜਦੋਂ ਇਹ ਜਾ ਰਹੇ ਹੁੰਦੇ ਨੇ, ਹੁਣ ਜਿਹੜੇ ਬਾਕੀ ਸਿੱਖ ਸੀਗੇ, ਚਾਹੇ ਹੈਗੇ ਇਹਦੇ ਚੌਧਰੀ ਭਾਗ ਸਿੰਘ ਦੇ ਪ੍ਰੈਸ਼ਰ ਦੇ ਅੰਡਰ ਸੀ, ਪਰ ਅੰਦਰੋਂ ਮਨ ਤਾਂ ਉਹਨਾਂ ਦਾ ਛਿੱਲਿਆ ਗਿਆ ਸੀ ਨਾ, ਮਾਈ ਭਾਗ ਕੌਰ ਦਾ ਵੀ ਮਨ ਛਿੱਲਿਆ ਗਿਆ ਸੀ। ਇੱਥੋਂ ਫਿਰ ਮੀਲ 2 ਮੀਲ ਜਾ ਕੇ ਹੀ ਮਾਤਾ ਭਾਗ ਕੌਰ ਆਪਦੇ ਭਰਾਵਾਂ ਨੂੰ ਲਾਹਨਤਾਂ ਪਾਉਂਦੀ ਆ ਕਿ ਤੁਸੀਂ ਜੇ ਗੁਰੂ ਦੇ ਨਹੀਂ ਹੋ ਸਕੇ ਤਾਂ ਤੁਸੀਂ ਕੱਖ ਦੇ ਵੀ ਨਹੀਂ ਹੋ, ਕਿ ਤੁਸੀਂ ਸਾਡੇ ਏਰੀਏ ਤੇ ਅੱਜ ਕਲੰਕ ਲਾ ਆਏ ਹੋ। ਦੂਜੇ ਨਾਲ ਦੇ ਸਿੱਖ ਵੀ ਫਿਰ ਕਹਿੰਦੇ ਨੇ ਕਿ ਯਾਰ ਲੈ ਕੇ ਤਾਂ ਤੁਸੀਂ ਸਾਨੂੰ ਕਿਸ ਵਾਸਤੇ ਆਏ ਸੀ, ਕਿ ਗੁਰੂ ਸਾਹਿਬ ਦੇ ਚਰਨੀ ਜਾਵਾਂਗੇ, ਸੇਵਾ ਕਰਾਂਗੇ ਤੇ ਉੱਥੇ ਕੀਰਤਨ ਕਰਾਂਗੇ, ਕਿ ਤੁਸੀਂ ਕਰਕੇ ਕੀ ਆ ਗਏ? ਵਿਦਾਵਾ ਤੁਸੀਂ ਲਿਖਿਆ, ਅਸੀਂ ਤਾਂ ਸਾਈਨ ਵੀ ਨਹੀਂ ਕੀਤੇ, ਵੱਜਾਂਗੇ ਤਾਂ ਅਸੀਂ ਵੀ ਨਾ ਵਿਦਾਵੇ ਵਾਲੇ। ਉੱਥੋਂ ਫਿਰ ਇਹਨਾਂ ਦੀ ਆਤਮਾ 'ਚ ਜੋੜੀ ਜਾਂਦੀ ਆ, ਹੈਗੇ ਤਾਂ ਗੁਰੂ ਦੇ ਸਿੱਖ ਹੀ ਸੀਗੇ ਨਾ,
ਚਲੋ ਇੱਕ ਚੌਧਰਪਣਾ ਸੀਗਾ ਉਹਨਾਂ ਦੇ ਅੰਦਰ, ਗਲਤੀ ਹੋ ਗਈ ਉਹਨਾਂ ਤੋਂ, ਪਰ ਉਹਨਾਂ ਨੂੰ ਅਹਿਸਾਸ ਹੋਇਆ ਗਲਤੀ ਦਾ। ਫਿਰ ਉਹ ਕਹਿੰਦੇ ਨਹੀਂ ਵੀ ਆਪਾਂ ਨਹੀਂ ਵਾਪਸ ਮੁੜਨਾ, ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਵਾਪਸ ਚੱਲਦੇ ਹਾਂ, ਵੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੁੱਖ ਨਹੀਂ ਮੋੜ ਸਕਦੇ। ਫਿਰ ਇਹ ਵਾਪਸ ਜਦੋਂ ਮੁੜਨ ਲੱਗਦੇ ਨੇ ਨਾ, ਤਾਂ ਇਹਨਾਂ ਨੂੰ ਖਬਰ ਮਿਲਦੀ ਆ ਕਿ ਜਿਹੜਾ ਵਜੀਦ ਖਾਨ ਹੈ ਨਾ ਸਰਹੰਦ ਵਾਲਾ, ਕਿ ਉਹ ਫੌਜਾਂ ਲੈ ਕੇ ਆ ਰਿਹਾ ਹੈ। ਉਦੋਂ ਜੋਸ਼ 'ਚ ਸੀਗੇ ਪੂਰੇ, ਇਹ ਆਪਦੀ ਗਲਤੀ ਦਾ ਅਹਿਸਾਸ ਸੀਗਾ। ਫਿਰ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਣ ਤੋਂ ਪਹਿਲਾਂ ਇਹ ਫੌਜਾਂ ਨੂੰ ਅਸੀਂ ਖਤਮ ਕਰਾਂਗੇ, ਅਸੀਂ ਜੂਝਾਂਗੇ ਇਹਨਾਂ ਨਾਲ। ਹੁਣ ਇਹ ਘੱਟ ਸੀਗੇ, ਉਹ ਇਹਨਾਂ ਤੋਂ ਜ਼ਿਆਦਾ ਦੀ ਗਿਣਤੀ ਸੀ ਫੌਜ ਜਿਹੜੀ ਆ ਰਹੀ ਸੀ। ਫਿਰ ਇਹ ਕੀ ਕਰਦੇ ਨੇ ਨਾ, ਉਹਨਾਂ ਨੂੰ ਭੁਲੇਖਾ ਪਾਉਣ ਦੇ ਲਈ ਝਾੜੀਆਂ ਤੇ ਨਾ ਆਪਦੇ ਵਸਤਰ, ਆਪਦੇ ਕਛਹਿਰੇ ਲਾ ਕੇ ਏਦਾਂ ਟੰਗ ਦਿੰਦੇ ਨੇ ਵੀ ਇੱਕ ਤੰਬੂ ਟਾਈਪ ਲੱਗੇ, ਕਿ ਗੁਰੂ ਗੋਬਿੰਦ ਸਿੰਘ ਜੀ ਵੱਲ ਨਾ ਜਾਵੇ ਫੌਜ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀ ਥੋੜਾ ਦੂਰੀ ਗਏ ਸੀਗੇ ਹਜੇ, ਕਿ ਜਿਹੜੀਆਂ ਵਜੀਦ ਖਾਨ ਦੀਆਂ ਫੌਜਾਂ ਨੇ ਉਹਨਾਂ ਨੂੰ ਐਂ ਲੱਗੇ ਕਿ ਇੱਥੇ ਰੁਕੇ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ, ਇਹ ਤੰਬੂ ਲਾਇਆ ਹੋਇਆ। ਉੱਥੇ ਹੁਣ ਤੰਬੂ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ। ਜਦੋਂ ਮੁਕਤਸਰ ਦੀ ਪਵਿੱਤਰ ਧਰਤੀ ਤੇ ਤੁਸੀਂ ਜਾਓਗੇ ਨਾ, ਤੰਬੂ ਸਾਹਿਬ ਗੁਰਦੁਆਰਾ ਬਣਿਆ ਹੋਇਆ, ਉੱਥੇ ਇਹਨਾਂ ਨੇ ਤੰਬੂ ਬਣਾਇਆ ਸੀ, ਇੱਕ ਨਕਲੀ ਤੰਬੂ ਕਹਿ ਲਓ। ਵਜੀਦ ਖਾਨ ਦੀਆਂ ਫੌਜਾਂ ਨਾਲ ਫਿਰ ਇਹ ਜੂਝ ਕੇ ਲੜਦੇ ਨੇ, ਬਹੁਤ ਨੁਕਸਾਨ ਕਰਦੇ ਨੇ। ਵਜੀਦ ਖਾਨ ਦੀਆਂ ਫੌਜਾਂ ਦੇ ਪੈਰ ਉਖਾੜ ਦਿੰਦੇ ਨੇ ਤੇ ਸ਼ਹੀਦੀਆਂ ਪ੍ਰਾਪਤ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਉਸ ਟਾਈਮ ਨੇੜੇ ਹੀ ਇੱਕ ਟਿੱਬੀ ਤੇ ਚਲੇ ਗਏ ਸੀ, ਉੱਥੋਂ ਸਾਰੀ ਜੰਗ ਦੇਖ ਰਹੇ ਸੀ ਤੇ ਉੱਥੋਂ ਤੀਰ ਵੀ ਛੱਡ ਰਹੇ ਸੀਗੇ। ਵਜੀਦ ਖਾਨ ਦੀਆਂ ਫੌਜਾਂ ਆਖਿਰ ਨੂੰ ਉੱਥੋਂ ਡਰ ਕੇ ਪਿੱਛੇ ਮੁੜ ਜਾਂਦੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਜਦੋਂ ਆਉਂਦੇ ਨੇ ਇਹਨਾਂ ਕੋਲ, ਸਿੱਖਾਂ ਕੋਲ, ਤਾਂ ਜ਼ਿਆਦਾਤਰ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸੀਗੇ। ਜਿਹੜੇ ਕੁਝ ਬਚੇ ਹੋਏ ਸੀਗੇ ਉਹ ਆਪਣੇ ਆਖਰੀ ਸਾਹਾਂ ਤੇ ਸੀਗੇ। ਗੁਰੂ ਗੋਬਿੰਦ ਸਿੰਘ ਜੀ ਸਾਰੇ ਸਿੱਖਾਂ ਕੋਲ ਜਾਂਦੇ ਨੇ, ਜਿਹੜੇ ਆਪਣੇ ਆਖਰੀ ਸਾਹਾਂ ਤੇ ਹੁੰਦੇ ਨੇ, ਉਹਨਾਂ ਦਾ ਸਿਰ ਆਪਣੀ ਗੋਦੀ 'ਚ ਰੱਖਦੇ ਨੇ ਤੇ ਉਹਨਾਂ ਦੇ ਮੁਖ ਨੂੰ ਸਾਫ਼ ਕਰਦੇ ਨੇ। ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਜੀ ਪਹੁੰਚ ਜਾਂਦੇ ਨੇ ਭਾਈ ਮਹਾਂ ਸਿੰਘ ਕੋਲ, ਜਿਨ੍ਹਾਂ ਨੇ ਸਭ ਤੋਂ ਆਖਿਰ ਤੇ ਸਵਾਸ ਤਿਆਗੇ ਸੀਗੇ। ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਇੱਕ ਪਿਆਰ ਵਜੋਂ ਕਹਿ ਲਓ ਇਨਾਮ ਦੇ ਰਹੇ ਸੀ, ਕਹਿ ਰਹੇ ਸੀ ਆਹ ਮੇਰਾ 5000 ਸਿੱਖ, ਆਹ ਮੇਰਾ 10,000 ਸਿੱਖ, ਆਹ ਮੇਰਾ 20,000 ਸਿੱਖ, ਆਹ ਮੇਰਾ 50,000 ਸਿੱਖ। ਸਾਰੇ ਸਿੱਖ ਫਿਰ ਸ਼ਹੀਦ ਹੁੰਦੇ ਜਾ ਰਹੇ ਸੀਗੇ। ਆਖਰੀ ਤੇ ਬਚੇ ਭਾਈ ਮਹਾਂ ਸਿੰਘ। ਭਾਈ ਮਹਾਂ ਸਿੰਘ ਕੋਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਨੇ ਤਾਂ ਉਹ ਪੂਰੇ ਲਹੂ ਲਹਾਨ ਹੁੰਦੇ ਨੇ, ਆਪਣੇ ਆਖਰੀ ਸਾਹਾਂ ਤੇ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਭਾਈ ਮਹਾਂ ਸਿੰਘ ਜੀ ਦਾ ਸਿਰ ਆਪਣੀ ਗੋਦੀ 'ਚ ਰੱਖਦੇ ਨੇ ਤੇ ਉਵੇਂ ਹੀ ਸਾਫ਼ ਕਰਦੇ ਨੇ ਉਹਨਾਂ ਦਾ ਮੁਖ, ਤੇ ਕਹਿੰਦੇ ਨੇ ਕਿ ਮਹਾਂ ਸਿੰਘ ਦੱਸੋ ਜੋ ਮੰਗਣਾ ਤੁਸੀਂ ਮੰਗੋ। ਮਹਾਂ ਸਿੰਘ ਫਿਰ ਇੱਥੇ ਕਹਿੰਦਾ ਹੈ ਕਿ ਗੁਰੂ ਸਾਹਿਬ ਜਿਹੜਾ ਵਿਦਾਵਾ ਤੁਹਾਨੂੰ ਲਿਖ ਕੇ ਗਏ ਸੀਗੇ ਸਿੱਖ, ਕਿ ਉਹ ਪਾੜ ਦਿਓ, ਹੋਰ ਕੁਝ ਨਹੀਂ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਫਿਰ ਕਮਰ ਕੱਸੇ ਚੋਂ ਉਹ ਵਿਦਾਵਾ ਕੱਢਦੇ ਨੇ, ਕਮਰ ਕੱਸੇ ਚੋਂ ਉਹ ਵਿਦਾਵਾ ਕੱਢ ਕੇ ਪਾੜਨ ਲੱਗਦੇ ਨੇ। ਤਾਂ ਭਾਈ ਮਹਾਂ ਸਿੰਘ ਪਤਾ ਕੀ ਕਹਿੰਦਾ, ਕਹਿੰਦਾ ਇਹਨੂੰ ਇੰਨਾ ਕੁ ਬਰੀਕ ਪਾੜਿਓ ਨਾ ਕਿ ਕੋਈ ਜੋੜ ਕੇ ਵੀ ਨਾ ਪੜ ਸਕੇ ਇਹ ਵਿਦਾਵਾ। ਫਿਰ ਗੁਰੂ ਗੋਬਿੰਦ ਸਿੰਘ ਜੀ ਉਹ ਵਿਦਾਵਾ ਪਾੜ ਦਿੰਦੇ ਨੇ ਤੇ ਟੁੱਟੀ ਗੰਢ ਦਿੰਦੇ ਨੇ। ਉੱਥੇ ਫਿਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ, ਤੇ ਜਿਸ ਟਿੱਬੀ ਤੇ ਗੁਰੂ ਸਾਹਿਬ ਰੁਕੇ ਹੋਏ ਸੀ, ਜੰਗ ਦੇਖ ਰਹੇ ਸੀ ਤੇ ਜੰਗ 'ਚ ਹਿੱਸਾ ਲੈ ਰਹੇ ਸੀਗੇ, ਉੱਥੇ ਗੁਰਦੁਆਰਾ ਟਿੱਬੀ ਸਾਹਿਬ ਹੈ। ਤਾਂ ਇਹ ਸੀਗਾ ਵਿਦਾਵੇ ਦਾ ਪੂਰਾ ਸੱਚ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਸਾਡੇ ਮੰਨੇ ਪਰਮੰਨੇ ਇਤਿਹਾਸਕਾਰਾਂ ਨੇ ਲਿਖਿਆ ਹੋਇਆ ਹੈ, ਕਿਤਾਬਾਂ 'ਚ ਦਰਜ ਹੈ। ਕੁਝ ਕੁ ਗਲਤਫਹਿਮੀਆਂ ਕਾਰਨ ਇਹਨੂੰ ਤੋੜ ਮਰੋੜ ਕੇ ਕਿਸੇ ਹੋਰ ਤਰੀਕੇ ਨਾਲ ਪੇਸ਼ ਕਰ ਦਿੱਤਾ ਗਿਆ ਕਿ ਆਨੰਦਪੁਰ ਸਾਹਿਬ ਵਿਦਾਵਾ ਲਿਖਿਆ ਗਿਆ ਸੀ। ਆਨੰਦਪੁਰ ਸਾਹਿਬ ਵਿਦਾਵਾ ਨਹੀਂ ਲਿਖਿਆ ਗਿਆ ਸੀਗਾ। ਕੋਈ ਸਿੱਖ ਉੱਥੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਨਹੀਂ ਆਇਆ। ਇਹ ਵਿਦਾਵੇ ਵਾਲੀ ਗੱਲ ਫਿਰ ਆਈ ਕਿੱਥੋਂ? ਅਸਲ 'ਚ ਉਸ ਟਾਈਮ ਤੇ ਮੌਕੇ ਤੇ ਮੌਜੂਦ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ 'ਚੋਂ ਇੱਕ, ਜਿਹਦਾ ਨਾਮ ਸੀ ਸੈਨਾਪਤ। ਬਾਅਦ ਚੋਂ ਉਹਨਾਂ ਨੇ ਇੱਕ ਕਿਤਾਬ ਲਿਖੀ ਜਿਹਦਾ ਨਾਮ ਹੈ ਸ਼੍ਰੀ ਗੁਰੂ ਸੋਭਾ। ਉਹਦੇ 'ਚ ਉਹ ਆਨੰਦਪੁਰ ਦੇ ਘੇਰੇ ਨੂੰ ਲੈ ਕੇ ਇੱਕ ਅਧਿਆਇ ਲਿਖਦੇ ਨੇ, ਜਿਹਦੇ 'ਚ ਸਿਰਫ 2 ਸ਼ਬਦਾਂ ਦੇ ਮਤਲਬ ਕੁਝ ਹੋਰ ਕੱਢ ਲਏ ਗਏ, ਉਹਨਾਂ ਨੂੰ ਬਣਾ ਦਿੱਤਾ ਗਿਆ ਕਿ ਵਿਦਾਵਾ ਲਿਖਿਆ। ਹੁਣ ਉਹ ਕੀ ਸੀ ਲਾਈਨਾਂ? ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੇ ਸਿੱਖ ਕਹਿ ਰਹੇ ਸੀ ਬਾਰ-ਬਾਰ ਕਿ ਆਪਾਂ ਨੂੰ ਜਾਣਾ ਚਾਹੀਦਾ, ਹੁਣ ਤਾਂ ਇਹ ਸੌਹਾਂ ਵੀ ਖਾ ਰਹੇ ਨੇ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਿ ਮੈਨੂੰ ਤਾਂ ਪਤਾ ਹੈ ਕਿ ਇਹਨਾਂ ਨੇ ਸੌਹਾਂ ਖਾ ਕੇ ਮੁੱਕਰ ਜਾਣਾ ਹੈ। ਉਹਨਾਂ ਨੇ ਕਿਹਾ ਸੀ ਕਿ ਬਹੁਤ ਨੁਕਸਾਨ ਹੋਊਗਾ, ਉਹ ਨੁਕਸਾਨ ਲਈ ਮੈਂ ਨਹੀਂ, ਤੁਸੀਂ ਜ਼ਿੰਮੇਵਾਰ ਹੋਵੋਗੇ। ਸੈਨਾਪਤ ਕੀ ਲਿਖਦਾ ਹੈ ਇੱਥੇ? ਸੈਨਾਪਤ ਇੱਥੇ ਲਿਖਦਾ ਹੈ ਕਿ ਬੁਰੀ ਹੋਤ ਤੁਮਰੇ ਸਿਰ ਭਾਈ। ਇਹ ਗੁਰੂ ਗੋਬਿੰਦ ਸਿੰਘ ਜੀ ਕਹਿ ਰਿਹਾ ਕਿ ਬੁਰੀ ਹੋਵੇਗੀ ਉਹ ਤੁਹਾਡੇ ਜੁਮੇ ਹੋਏਗੀ। ਯੋਂ ਸਭ ਸੋ ਤੋਂ ਹੱਦ ਲਿਖਵਾਏ। ਹੁਣ ਜਿਹੜਾ ਹੱਦ ਲਿਖਵਾਏ ਆ, ਇਹਨੂੰ ਇਹ ਮੰਨ ਲਿਆ ਗਿਆ ਕਿ ਵਿਦਾਵੇ ਦੀ ਗੱਲ ਕੀਤੀ ਗਈ ਆ ਕਿ ਹੱਦ ਲਿਖਵਾਏ। ਉਸ ਤੋਂ ਅਗਲੀ ਲਾਈਨ ਵੀ ਸੈਨਾਪਤ ਇੱਕ ਲਿਖਦਾ ਹੈ ਜਿਹਦੇ 'ਚ ਕਲੀਅਰ ਹੁੰਦਾ ਹੈ ਕਿ
ਕੋਈ ਸਿੱਖ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਗਿਆ। ਉਹ ਲਾਈਨ ਇਹ ਆ ਕਿ ਹੋ ਤਿਆਰ ਤਬੇ ਫਰਮਾਏ। ਹੋ ਤਿਆਰ ਤਬੇ ਫਰਮਾਏ ਦਾ ਮਤਲਬ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਤਿਆਰ ਹੋ ਗਏ ਕਿ ਚਲੋ ਆਪਾਂ ਆਨੰਦਪੁਰ ਛੱਡਦੇ ਹਾਂ। ਇੱਥੇ ਤਾਂ ਹੁਣ ਬੇਦਾਵੇ ਦੀ ਫਿਰ ਕੋਈ ਗੱਲ ਹੀ ਰਹੀ ਨਹੀਂ। ਉਦੋਂ ਫਿਰ ਕਈ ਸਾਲਾਂ ਬਾਅਦ ਭਾਈ ਸੁੱਖਾ ਸਿੰਘ ਜੀ ਨੇ ਗੁਰਬਿਲਾਸ ਗ੍ਰੰਥ ਲਿਖਿਆ। ਉਹਦੇ 'ਚ ਉਹਨਾਂ ਨੇ ਹੱਦ ਲਿਖਵਾਈ ਦੇ ਨਾਲ ਬੇਦਾਵੇ ਵਾਲੀ ਇੱਕ ਲਾਈਨ ਹੋਰ ਐਡ ਕਰ ਦਿੱਤੀ। ਫਿਰ ਆਉਂਦੇ ਨੇ ਸੰਤੋਖ ਸਿੰਘ ਲਿਖਦੇ ਨੇ ਸੂਰਜ ਪ੍ਰਕਾਸ਼ ਗ੍ਰੰਥ। ਉਹ ਇਹ ਚੀਜ਼ ਨੂੰ ਹੋਰ ਥੋੜਾ ਜਿਹਾ ਵਧਾ ਕੇ ਲਿਖਦੇ ਨੇ। ਇੱਥੋਂ ਹੀ ਫਿਰ ਆਪਣੇ ਕਈ ਇਤਿਹਾਸਕਾਰ ਇਹਨੂੰ ਪੂਰਾ ਇੱਕ ਸੀਨ ਬਣਾ ਦਿੰਦੇ ਨੇ ਵੀ ਬੇਦਾਵਾ ਲਿਖਿਆ ਗਿਆ ਆਨੰਦਪੁਰ ਦੇ ਕਿਲੇ 'ਚ। ਤਾਂ ਇਸ ਕਰਕੇ ਬੇਦਾਵਾ ਆਨੰਦਪੁਰ ਦੇ ਕਿਲੇ 'ਚ ਨਹੀਂ ਲਿਖਿਆ ਗਿਆ ਹੈ। ਇਹ ਮੈਂ ਨਹੀਂ ਕਹਿ ਰਿਹਾ ਹੈ, ਇਹ ਵੱਡੇ ਵੱਡੇ ਇਤਿਹਾਸਕਾਰਾਂ ਨੇ ਕਿਹਾ ਹੈ। ਸੋਹਣ ਸਿੰਘ ਸੀਤਲ ਮੰਨੇ ਪਰਮੰਨੇ ਇਤਿਹਾਸਕਾਰ ਨੇ ਸਿੱਖ ਧਰਮ ਦੇ, ਉਹਨਾਂ ਨੇ ਇਹ ਗੱਲ ਕਹੀ ਆ। ਹੋਰ ਬਹੁਤ ਇਤਿਹਾਸਕਾਰਾਂ ਨੇ ਇਹ ਗੱਲ ਕਹੀ ਆ। ਉਹਨਾਂ ਸਾਰਿਆਂ ਦਾ ਜਿਹੜਾ ਨਾਮ ਹੈ ਉਹ ਡਿਸਕ੍ਰਿਪਸ਼ਨ 'ਚ ਅਸੀਂ ਮੈਂਸ਼ਨ ਕਰ ਦਾਂਗੇ। ਕਿਉਂਕਿ ਇਹ ਦੇਖੋ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨਾ ਤਾਂ ਇੰਨੇ ਵੀਕ ਲੀਡਰ ਸੀਗੇ ਕਿ ਉਹਨਾਂ ਨੂੰ ਕੋਈ ਛੱਡ ਕੇ ਆਵੇ। ਇੱਕ ਆਵਾਜ਼ ਮਾਰਦੇ ਸੀ ਗੁਰੂ ਗੋਬਿੰਦ ਸਿੰਘ ਜੀ, ਹਜ਼ਾਰਾਂ ਸਿੱਖ ਸ਼ਹੀਦ ਹੋਣ ਲਈ ਤਿਆਰ ਹੋ ਜਾਂਦੇ ਸੀ। ਤੇ ਨਾ ਗੁਰੂ ਗੋਬਿੰਦ ਸਿੰਘ ਜੀ ਕੋਈ ਤਾਨਾਸ਼ਾਹ ਸੀਗੇ ਜਿਹੜੇ ਕਹਿੰਦੇ ਸੀ ਵੀ ਇੱਥੇ ਹੀ ਰੁਕੋ। ਕਿਉਂਕਿ ਇੱਕ ਗੱਲ ਤੁਹਾਨੂੰ ਮੈਂ ਹੁਣ ਹੋਰ ਸ਼ੇਅਰ ਕਰਦਾ ਕਿ ਜਦੋਂ ਆਨੰਦਪੁਰ ਦੇ ਕਿਲੇ ਨੂੰ ਘੇਰਾ ਪੈਣ ਦੀਆਂ ਖਬਰਾਂ ਮਿਲ ਰਹੀਆਂ ਸੀ ਨਾ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਹੁੰਦਾ ਸੀਗਾ, ਉਹਦਾ ਨਾਮ ਸੀ ਭਾਈ ਚਤਰ ਸਿੰਘ। ਉਹ ਸੂਈਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ, ਭੇਸ਼ ਬਦਲ ਕੇ ਦੁਸ਼ਮਣ ਦੇ ਇਲਾਕਿਆਂ 'ਚ ਜਾਂਦਾ ਸੀ, ਉੱਥੋਂ ਖਬਰਾਂ ਲਿਆ ਕੇ ਦਿੰਦਾ ਸੀ। ਜਦੋਂ ਉਹ ਦੱਸਦਾ ਹੈ ਕਿ ਬਹੁਤ ਵੱਡੀ ਫੌਜ ਘੇਰਾ ਪਾਊਗੀ, ਔਰੰਗਜ਼ੇਬ ਨੇ 4 ਸੂਬਿਆਂ ਦੀ ਫੌਜ ਨੂੰ ਕਿਹਾ ਹੈ ਕਿ ਆਨੰਦਪੁਰ ਨੂੰ ਘੇਰਾ ਪਾਓ। ਗੁਰੂ ਗੋਬਿੰਦ ਸਿੰਘ ਜੀ ਉਸ ਟਾਈਮ ਤੇ ਕੀ ਕਰਦੇ ਨੇ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੰਨੇ ਵੀ ਪਰਿਵਾਰਾਂ ਵਾਲੇ ਸਿੱਖ ਨੇ ਆਨੰਦਪੁਰ 'ਚ, ਉਹ ਆਨੰਦਪੁਰ ਛੱਡ ਕੇ ਚਲੇ ਜਾਓ। ਜੇ ਇੰਨੇ ਹੀ ਜਿਹੜੇ ਕੱਚੇ ਲੋਕ ਹੁੰਦੇ ਤਾਂ ਉਦੋਂ ਹੀ ਚਲੇ ਜਾਂਦੇ। ਉਦੋਂ ਬਹੁਤ ਪਰਿਵਾਰ ਆਨੰਦਪੁਰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ, ਆਪ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੋਂ ਬਾਅਦ ਆਨੰਦਪੁਰ ਛੱਡ ਕੇ ਗਏ ਨੇ। ਤੇ ਬਹੁਤ ਇਹੋ ਜਿਹੇ ਲੋਕ ਸੀਗੇ ਜਿਹੜੇ ਮਿੰਨਤਾਂ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ, ਅਸੀਂ ਨਹੀਂ ਜਾਣਾ, ਅਸੀਂ ਤੁਹਾਡੇ ਨਾਲ ਹੀ ਰਹਿਣਾ ਹੈ। ਮਾਈ ਭਿੱਖਾਂ ਜਿਹੜੀ ਸਿੱਖ ਕੌਮ ਦੀ ਪਹਿਲੀ ਸ਼ਹੀਦ ਆ, ਉਹ ਨਹੀਂ ਗਏ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਪਤਾ ਚੱਲਿਆ ਕਿ ਨਹੀਂ ਜਾ ਰਹੇ, ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਆਪਣੇ ਕੋਲ। ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੁਸੀਂ ਕਿਉਂ ਨਹੀਂ ਜਾ ਰਹੇ, ਅਸੀਂ ਤੁਹਾਨੂੰ ਹੁਕਮ ਕੀਤਾ ਹੈ। ਉਹ ਕਹਿੰਦੇ ਮੈਨੂੰ ਮਰਨਾ ਮਨਜ਼ੂਰ ਆ, ਵੀ ਮੈਂ ਜਾਊਂਗੀ ਨਹੀਂ ਤੁਹਾਨੂੰ ਛੱਡ ਕੇ। ਵੀ ਤੁਸੀਂ ਕਹਿ ਰਹੇ ਹੋ ਪਰਿਵਾਰਾਂ ਵਾਲੇ ਸਿੱਖ ਚੱਲ ਜਾਣ, ਵੀ ਮੇਰਾ ਪਰਿਵਾਰ ਤਾਂ ਤੁਸੀਂ ਹੀ ਹੋ। ਭਾਈ ਨੰਦ ਲਾਲ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੀਗੇ, ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਕੇ ਰੋਣ ਲੱਗ ਜਾਂਦੇ ਨੇ ਕਿ ਮੈਂ ਜੰਗ 'ਚ ਹਿੱਸਾ ਲੈਣਾ ਹੈ। ਗੁਰੂ ਗੋਬਿੰਦ ਸਿੰਘ ਜੀ ਨੰਦ ਲਾਲ ਨੂੰ ਪਤਾ ਕੀ ਕਹਿੰਦੇ ਨੇ ਕਿ ਨੰਦ ਲਾਲ, ਜਿਹੜੇ ਵੀ ਇਹ ਬਹਾਦਰ ਸਿੱਖ ਨੇ ਨਾ ਲੜਨ ਵਾਲੇ, ਇਹਨਾਂ ਦੀਆਂ ਤਲਵਾਰਾਂ ਤੇਰੇ ਵਰਗਾ ਇੱਕ ਕਵੀ ਪੈਦਾ ਨਹੀਂ ਕਰ ਸਕਦੀਆਂ, ਪਰ ਤੇਰੀ ਕਲਮ 'ਚ ਇੰਨੀ ਤਾਕਤ ਆ ਕਿ ਤੇਰੀ ਕਲਮ ਕਈ ਹਜ਼ਾਰਾਂ ਸਿੱਖ ਯੋਧੇ ਪੈਦਾ ਕਰ ਸਕਦੀ ਆ, ਕਿ ਤੁਸੀਂ ਇੱਥੋਂ ਜਾਓ, ਤੁਹਾਡਾ ਕੰਮ ਲੜਨਾ ਨਹੀਂ ਹੈ। ਆਹ ਸੀਗੇ ਗੁਰੂ ਗੋਬਿੰਦ ਸਿੰਘ ਜੀ। ਇਹ ਸੀਗਾ ਬੇਦਾਵੇ ਦਾ ਅਸਲੀ ਸੱਚ। ਇਹ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ, ਇਹ ਬਹੁਤ ਸਾਰੇ ਮਹਾਨ ਸਿੱਖ ਹਿਸਟੋਰੀਅਨਸ ਨੇ ਆਪਣੀਆਂ ਕਿਤਾਬਾਂ 'ਚ ਲਿਖਿਆ ਹੋਇਆ ਹੈ। ਤੇ ਬਹੁਤ ਮਹਾਨ ਤੇ ਵਿਦਵਾਨ ਸਿੱਖ ਪ੍ਰਚਾਰਕਾਂ ਨੇ ਵੀ ਇਹ ਗੱਲ ਤੇ ਮੋਹਰ ਲਾਈ ਆ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਤੁਸੀਂ ਅੱਗੇ ਵੀ ਭੇਜ ਸਕਦੇ ਹੋ। ਇੱਦਾਂ ਦੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਤੇ YouTube ਚੈਨਲ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ। ਤੁਸੀਂ ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ। ਤੇ ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਤੇ ਚਾਹੀਦੀ ਆ, ਇਹ ਵੀ ਤੁਸੀਂ ਦੱਸ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।